ਇੱਕ ਵਾਰ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਰਾਜ ਦੇ ਵਿੱਚ ਬੜਾ ਲਾਲਚੀ ਰਾਜਾ ਸੀ। ਇਹ ਰਾਜੇ ਨੇ ਇੱਕੋ ਮਨ ਬਣਾਇਆ ਹੋਇਆ ਸੀ ਕਿ ਮੈਂ ਸਦਾ ਚਿਰ ਰਾਜ ਕਰਾਂ, ਕੋਈ ਵੀ ਆ ਕੇ ਮੇਰੀ ਸੱਤਾ ਨਾ ਖੋਲ੍ਹਵੇ। ਇਸ ਕਰਕੇ ਉਹ ਹਰ ਸੰਭਵ ਹਥਕੰਡੇ ਅਪਣਾਉਂਦਾ ਸੀ। ਉਸ ਨੂੰ ਲੈਣ ਦੇਣ ਮੁੱਕ ਗਿਆ ਸੀ ਕਿ ਮੇਰੀ ਪ੍ਰਜਾ ਕਿਸ ਤਰ੍ਹਾਂ ਰਹਿ ਰਹੀ ਹੈ, ਉਹਨਾਂ ਦੀਆਂ ਕੀ ਸਮੱਸਿਆਵਾਂ ਨੇ, ਕਿਹੜੀ ਕਿਹੜੀ ਦਿੱਕਤ ਪਰੇਸ਼ਾਨੀ ਦੇ ਨਾਲ ਉਹ ਜੂਝ ਰਹੇ ਨੇ। ਉਸ ਦਾ ਇੱਕੋ ਇੱਕ ਟੀਚਾ ਸੀ ਕਿ ਮੈਂ ਸੱਤਾ ਕਰਦਾ ਜਾਵਾਂ, ਰਾਜ ਦਾ ਸੁੱਖ ਭੋਗਦਾ ਰਵਾਂ। ਇਸ ਕਰਕੇ ਉਹ ਚਾਹੁੰਦਾ ਸੀ ਕਿ ਮੈਂ ਪਰਮਾਤਮਾ ਨੂੰ ਹਰ ਹੀਲੇ ਖੁਸ਼ ਕਰ ਲਵਾਂ। ਸਿਆਣੇ ਕਹਿੰਦੇ ਨੇ ਕਿ ਕਿਸੇ ਨੂੰ ਦੁਖੀ ਕਰਕੇ ਪਰਮਾਤਮਾ ਖੁਸ਼ ਕੀਤਾ ਤਾਂ ਕੀ ਕੀਤਾ, ਪਰ ਇਹ ਸਿਆਣਾ ਨਹੀਂ ਸੀ। ਇਹਦੇ ਸਿਰ ਦੇ ਉੱਤੇ ਸੱਤਾ ਦਾ ਤਾਪ ਚੜਿਆ ਹੋਇਆ ਸੀ। ਇਸ ਕਰਕੇ ਇਹ ਵੱਖ-ਵੱਖ ਕਿਸਮ ਦੇ ਜੋਤਸ਼ੀਆਂ ਕੋਲੇ ਜਾਂਦਾ, ਪਾਂਧਿਆਂ ਕੋਲੇ ਜਾਂਦਾ, ਉਹਨਾਂ ਨੂੰ ਦਰਬਾਰ ਬੁਲਾਉਂਦਾ, ਉਹਨਾਂ ਤੋਂ ਪੁੱਛਦਾ ਕਿ ਕੀ ਕਰਾਂ। ਤੇ ਉਹ ਵੀ ਇਸ ਨੂੰ ਕੋਈ ਐਸਾ ਉਪਾਅ ਦੱਸ ਜਾਂਦੇ ਸਨ ਜਿਹਦੇ ਨਾਲ ਬਾਕੀ ਸਾਰੇ ਰਾਜ ਦੇ ਲੋਕਾਂ ਨੂੰ, ਇਸ ਦੀ ਪ੍ਰਜਾ ਨੂੰ ਦੁੱਖ ਭੋਗਣਾ ਪੈਂਦਾ ਸੀ। ਲੋਕ ਤਰਾਹ-ਤਰਾਹ ਕਰਦੇ ਸਨ, ਪਰ ਇਸ ਤੋਂ ਡਰਦੇ ਵੀ ਬਹੁਤ ਸਨ। ਇਸ ਦੇ ਸਿਪਾਹੀ ਬੜੇ ਖਤਰਨਾਕ ਸਨ, ਬੜੇ ਭਿਆਨਕ ਸਨ। ਦੂਰੋਂ ਦੂਰੋਂ ਰਾਜਾਂ ਤੋਂ ਬੁਲਾ ਕੇ ਇਸ ਨੇ ਸਿਪਾਹੀ ਰੱਖੇ ਹੋਏ ਸਨ। ਇਹਦੇ ਆਪਣੇ ਰਾਜ ਦਾ ਕੋਈ ਬੰਦਾ ਇਸ ਦੀ ਫੌਜ ਵਿੱਚ ਭਰਤੀ ਹੋਣ ਲਈ ਵੀ ਤਿਆਰ ਨਹੀਂ ਸੀ। ਇੱਕ ਵਾਰ ਇਸੇ ਤਰੀਕੇ ਦੇ ਨਾਲ ਸੱਤਾ ਦੇ ਲਾਲਚ ਵਿੱਚ ਇਸ ਨੇ ਇੱਕ ਬਾਹਰੋਂ ਦੂਰੋਂ ਕੋਈ ਆਕਾਸ਼ਵਾਣੀ ਕਰਨ ਵਾਲਾ ਬੁਲਾਇਆ। ਉਸਨੇ ਆ ਕੇ ਇਸ ਨੂੰ ਦੱਸ ਦਿੱਤਾ ਕਿ ਤੇਰੀ ਸੱਤਾ ਹੁਣ ਬਹੁਤਾ ਚਿਰ ਚੱਲਣੀ ਨਹੀਂ। ਉਸ ਨੂੰ ਇਸ ਨੇ ਕਿਹਾ ਕਿ ਮੈਂ ਤੈਨੂੰ ਜਿਹੜੀ ਚੀਜ਼ ਕਹੀ ਉਹਦੇ ਨਾਲ ਤੋਲ ਦੇਵਾਂਗਾ, ਜਿੰਨੀ ਧਨ ਦੌਲਤ ਕਹੀ ਉਨੀ ਤੈਨੂੰ ਦਊਂਗਾ, ਪਰ ਮੈਨੂੰ ਇਸ ਦਾ ਉਪਾਅ ਦੱਸ ਕੇ ਜਾ ਕਿ ਸੱਤਾ ਮੇਰੇ ਕੋਲੇ ਰਵੇ, ਮੇਰੇ ਤੋਂ ਕੋਈ ਰਾਜ ਹੋਣ ਵਾਲਾ ਨਾ ਆਵੇ, ਮੇਰੇ ਕੋਈ ਬਗਾਵਤ ਨਾ ਕਰੇ। ਉਸਨੇ ਇਸ ਨੂੰ ਢੰਗ ਤਰੀਕਾ ਦੱਸਿਆ ਕਿ ਪਰਮਾਤਮਾ ਨੂੰ ਦੁੱਧ ਬਹੁਤ ਪਸੰਦ ਹੈ। ਤੂੰ ਪੂਜਾ ਪਾਠ ਤਾਂ ਰੋਜ਼ ਕਰਦਾ ਹੈ, ਉਹਦੇ ਨਾਲ ਪਰਮਾਤਮਾ ਰਾਜੀ ਨਹੀਂ ਹੁੰਦਾ। ਉਹਦੇ ਨਾਲ ਹੋਣਾ ਹੁੰਦਾ ਤਾਂ ਕਦੋਂ ਦਾ ਤੈਨੂੰ ਸਥਾਈ ਤੌਰ ਤੇ ਰਾਜ ਮਿਲ ਗਿਆ ਹੁੰਦਾ। ਪਰਮਾਤਮਾ ਨੂੰ ਖੁਸ਼ ਕਰਨਾ ਹੈ ਤੇ ਦੁੱਧ ਦੀ ਮਾਤਰਾ ਵਧਾ। ਉਹ ਕਹਿੰਦਾ ਮੈਂ ਗੱਲ ਨਹੀਂ ਸਮਝਿਆ। ਉਹ ਕਹਿੰਦਾ ਕਿ ਇੱਥੇ ਖੂਹ ਪਟਾ, ਵੱਡਾ ਖੂਹ ਪਟਾ, ਉਸ ਨੂੰ ਪੱਕਾ ਕਰਵਾ ਦੇ, ਤਰਪਾਲਾਂ ਪਵਾ ਉਸ ਦੇ ਅੰਦਰ, ਤੇ ਫਿਰ ਸਾਰੇ ਨਗਰ ਨੂੰ ਕਹੇ ਕਿ ਹਫ਼ਤੇ ਦਾ ਇੱਕ ਵਾਰ ਤੁਸੀਂ ਇੱਥੇ ਦੁੱਧ ਪਾਇਆ ਕਰਨਾ। ਉਹ ਜਦੋਂ ਸ਼ਾਮ ਤੱਕ ਉਹ ਖੱਡਾ ਤੇਰਾ ਭਰ ਜਾਇਆ ਕਰੇਗਾ, ਰਾਤ ਨੂੰ ਪਰਮਾਤਮਾ ਉਸ ਨੂੰ ਪੀ ਲਿਆ ਕਰੇਗਾ। ਜਦੋਂ ਪਰਮਾਤਮਾ ਨੇ ਇੱਕ ਖੱਡਾ ਭਰ ਕੇ ਦੁੱਧ ਪੀਤਾ, ਉਦੋਂ ਉਸਨੇ ਰਾਜੀ ਹੋਣਾ, ਉਦੋਂ ਉਸਨੇ ਖੁਸ਼ ਹੋਣਾ, ਫਿਰ ਤੇਰੇ ਤੇ ਜਾ ਕੇ ਕਿਰਪਾ ਹੋਣੀ ਹੈ। ਹੁਣ ਇਹ ਰਾਜਾ ਦਿਮਾਗੋਂ ਪੈਦਲ ਸੀ, ਇਸਨੇ ਕੋਈ ਦੂਜੀ ਗੱਲ ਨਹੀਂ ਸੁਣੀ। ਇਹਦੇ ਨਾਲ ਜਿਹੜੇ ਕਰੀਬੀ ਇਹਦੇ ਕੁਝ ਸਿਆਣੇ ਸਨ, ਉਹਨਾਂ ਨੇ ਵੀ ਇਸ ਨੂੰ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਸਨੇ ਕਿਸੇ ਦੀ ਇੱਕ ਨਾ ਸੁਣੀ। ਇਸਨੇ ਅਗਲੇ ਦਿਨ ਹੀ ਮਿਸਤਰੀ ਲਾ ਕੇ ਕੰਮ ਸ਼ੁਰੂ ਕਰਵਾ ਦਿੱਤਾ। ਮਿਸਤਰੀਆਂ ਨੇ ਇੱਕ ਹਫ਼ਤੇ ਦੇ ਵਿੱਚ ਜਿਵੇਂ ਜਿਵੇਂ ਇਸਨੇ ਦੱਸਿਆ ਉਵੇਂ ਉਵੇਂ ਇੱਕ ਪੱਕਾ ਖੱਡਾ ਬਣਾ ਦਿੱਤਾ। ਭਾਂਤ ਭਾਂਤ ਦੀ ਵਿੱਚ ਚੀਜ਼ ਲਾਈ ਗਈ ਕਿ ਇੱਕ ਤੁਮਕਾ ਵੀ ਪਾਣੀ ਸਿੰਮ ਕੇ ਕਿਤੇ ਹੋਰ ਨਾ ਜਾਵੇ, ਪਾਣੀ ਵੀ ਨਾ ਸਿੰਮੇ, ਤੇ ਉਸ ਉਪਰੰਤ ਜਿਹੜਾ ਇਸਨੇ ਹੁਣ ਦੁੱਧ ਪਾਇਆ ਕਰਨਾ ਹੈ, ਉਹ ਇੱਕ ਤੁਮਕਾ ਵੀ ਖਰਾਬ ਨਾ ਹੋਵੇ, ਵਿਅਰਥ ਨਾ ਜਾਵੇ, ਕਿਉਂਕਿ ਉਹ ਭਗਵਾਨ ਦੇ ਨਾਮ ਦਾ ਹੈ। ਸਾਰਾ ਕੁਝ ਕਰ ਲਿਆ, ਮੁਕੰਮਲ ਹੋ ਗਿਆ। ਉਸ ਤੋਂ ਬਾਅਦ ਇਸ ਰਾਜੇ ਨੇ ਸਾਰੇ ਨਗਰ ਦੇ ਵਿੱਚ ਢਿੰਡੋਰਾ ਪਿਟਵਾ ਦਿੱਤਾ ਕਿ ਹੁਣ ਆਏ ਐਤਵਾਰ ਮੇਰੀ ਪ੍ਰਜਾ ਜਿੰਨੀ ਦੀ ਜਿੰਨੀ ਹੈ, ਇੱਕ ਇੱਕ ਬੂੰਦ, ਇੱਕ ਇੱਕ ਕਤਰਾ ਦੁੱਧ ਦਾ, ਉਹ ਸਾਰਾ ਇੱਥੇ ਲਿਆ ਕੇ ਪਾਉਣਾ ਹੈ, ਇਸ ਖੱਡੇ ਦੇ ਵਿੱਚ ਪਾਉਣਾ ਹੈ। ਕਿਸੇ ਡੰਗਰ ਵੱਛੇ ਨੂੰ ਨਹੀਂ ਪਿਆਉਣਾ, ਕਿਸੇ ਬੱਚੇ ਨੇ ਨਹੀਂ ਪੀਣਾ, ਕਿਸੇ ਬਜ਼ੁਰਗ ਨੇ ਨਹੀਂ ਪੀਣਾ। ਚਾਹੇ ਕਿਸੇ ਨੂੰ ਵੈਦ ਹਕੀਮ ਨੇ ਦੱਸਿਆ ਹੋਵੇ, ਦਵਾਈ ਦੱਸੀ ਹੋਵੇ, ਕੁਛ ਵੀ ਮਰਜ਼ੀ ਦੱਸਿਆ ਹੋਵੇ, ਪਰ ਐਤਵਾਰ ਦੇ ਦਿਨ ਇੱਕ ਵੀ ਬੂੰਦ ਦੁੱਧ ਕਿਸੇ ਦਾ ਘਰੇ ਨਹੀਂ ਰਹਿਣਾ ਚਾਹੀਦਾ। ਤੇ ਜੇ ਮੈਂ ਕਿਸੇ ਨੂੰ ਫੜ ਲਿਆ ਅਪਰਾਧ ਕਰਦਿਆਂ ਜਾਂ ਮੇਰੇ ਹੁਕਮ ਦੀ ਉਲੰਘਣਾ ਕਰਦਿਆਂ, ਉਸ ਨੂੰ ਸਖਤ ਤੋਂ ਸਖਤ ਸਜ਼ਾ ਹੋਵੇਗੀ। ਹੁਣ ਰਾਜ ਦੇ ਲੋਕ ਸਾਰੇ ਡਰਦੇ ਸਨ, ਭੈਭੀਤ ਹੁੰਦੇ ਸਨ। ਢੰਗ ਤਰੀਕੇ ਇਸਨੇ ਹੁਣ ਤੱਕ ਐਸੇ ਵਰਤੇ ਸਨ, ਇੰਨੀਆਂ ਮਾੜੀਆਂ ਕਰਤੂਤਾਂ ਸਨ ਇਸ ਰਾਜੇ ਦੀਆਂ ਕਿ ਉਹ ਸਾਰੇ ਡਰ ਗਏ। ਉਹਨਾਂ ਕੀ ਕਰਿਆ ਕਰਨਾ, ਐਤਵਾਰ ਦੇ ਦਿਨ ਉਹਨਾਂ ਨੇ ਪਹਿਲੇ ਐਤਵਾਰ ਜਿੰਨਾ ਦੁੱਧ ਉਹਨਾਂ ਤੋਂ ਇਕੱਤਰ ਹੋ ਸਕਦਾ ਸੀ ਉਹਨਾਂ ਇਕੱਠਾ ਕਰਕੇ ਉੱਥੇ ਲੈ ਆਉਂਦਾ। ਹੁਣ ਰਾਜੇ ਨੇ ਕੁਛ ਸੈਨਿਕਾਂ ਦੀ ਉੱਥੇ ਸੇਵਾ ਲਾਈ ਹੋਈ ਸੀ ਕਿ ਤੁਸੀਂ ਉੱਤੇ ਖੜੇ ਰਹਿਣਾ। ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਤੂੰ ਦੇਖਣਾ ਹੈ ਕਿ ਕੌਣ ਕੌਣ ਇੱਥੇ ਆਇਆ ਹੈ, ਤੇ ਜਿਹੜਾ ਖੱਡਾ ਪੁੱਟਿਆ ਹੋਇਆ ਹੈ ਉਹ ਕਿੱਥੋਂ ਤੱਕ ਪਹੁੰਚ ਗਿਆ। ਜਦੋਂ ਪੂਰਾ ਭਰ ਗਿਆ ਉਦੋਂ ਆ ਕੇ ਤੁਸੀਂ ਮੈਨੂੰ ਸੂਚਿਤ ਕਰਨਾ ਹੈ। ਦੁਪਹਿਰ ਹੋ ਗਈ, ਦੁਪਹਿਰ ਤੋਂ ਬਾਅਦ ਹੋਰ ਸਮਾਂ ਬੀਤ ਗਿਆ, ਪਰ ਉਹ ਖੱਡਾ ਨਾ ਭਰਿਆ। ਰਾਜੇ ਨੂੰ ਵਾਰ-ਵਾਰ ਉੱਥੇ ਸੰਦੇਸ਼ ਪਹੁੰਚ ਰਿਹਾ ਸੀ। ਰਾਜਾ ਚਿੰਤਤ ਵੀ ਬੜਾ ਸੀ। ਫਿਰ ਸ਼ਾਮ ਦੇ ਵੇਲੇ ਇੱਕ ਬਜ਼ੁਰਗ ਬੀਬੀ ਆਈ। ਉਸ ਦੇ ਕੋਲ ਇੱਕ ਗੜਵਾ ਸੀ। ਇਹ ਗੜਵਾ ਪੂਰਾ ਨਹੀਂ ਸੀ ਭਰਿਆ, ਅੱਧਾ ਪਚੱਦਾ ਸੀ। ਉਹ ਆ ਕੇ ਉੱਥੇ ਖੜੀ ਹੋਈ, ਸੈਨਿਕ ਉਸ ਵੱਲ ਵੇਖ ਰਹੇ ਨੇ। ਉਸਨੇ ਦੋਵੇਂ ਹੱਥ ਪਰਮਾਤਮਾ ਵੱਲ ਨੂੰ ਕੀਤੇ, ਇੱਕ ਅਰਦਾਸ ਕੀਤੀ, ਕੋਈ ਬੇਨਤੀ ਕੀਤੀ ਹੋਵੇਗੀ ਪਰਮਾਤਮਾ ਨੂੰ
ਤੇ ਉਸ ਤੋਂ ਬਾਅਦ ਅੱਧਾ ਗੜਵਾ ਜਿਹੜਾ ਦੁੱਧ ਦਾ ਸੀ ਉਸ ਖੱਡੇ ਦੇ ਵਿੱਚ ਪਾ ਦਿੱਤਾ। ਦੇਖਦਿਆਂ ਹੀ ਦੇਖਦਿਆਂ ਜਿਵੇਂ ਹੀ ਉਸਨੇ ਉਹ ਦੁੱਧ ਖੱਡੇ ਦੇ ਵਿੱਚ ਪਾਇਆ ਤਾਂ ਉਹ ਸਾਰਾ ਡੂੰਘਾ ਖੱਡਾ ਪਲਾਂ ਦੇ ਵਿੱਚ ਭਰ ਗਿਆ। ਉਹ ਉਛਲਣ ਲੱਗਿਆ, ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਦੁੱਧ ਉਹਦੇ ਵਿੱਚ ਪਤਾ ਨਹੀਂ ਕਿੱਥੋਂ ਆ ਗਿਆ। ਸੈਨਿਕ ਬੜੇ ਹੈਰਾਨ ਹੋਏ, ਭੱਜ ਕੇ ਜਾ ਕੇ ਰਾਜੇ ਨੂੰ ਸੂਚਿਤ ਕੀਤਾ ਤੇ ਉਦੋਂ ਤੱਕ ਜਦੋਂ ਰਾਜਾ ਉੱਥੇ ਵਾਪਸ ਪਰਤ ਕੇ ਆਉਂਦਾ ਉਹਦੇ ਦੇਖਣ ਵਾਲਾ ਮੰਜ਼ਰ ਇੱਕੋ ਹੀ ਬਚਿਆ ਸੀ ਕਿ ਦੁੱਧ ਭਰ ਗਿਆ ਹੈ, ਉਛਲ ਰਿਹਾ ਹੈ, ਪਰ ਉਹ ਬਜ਼ੁਰਗ ਮਾਤਾ ਉੱਥੋਂ ਚਲੀ ਗਈ ਸੀ। ਉਹ ਬੜਾ ਹੈਰਾਨ ਹੋਇਆ, ਨਾਲ ਦੀ ਨਾਲ ਉਸਨੇ ਸ਼ੁਕਰ ਕੀਤਾ, ਸੁੱਖ ਦਾ ਸਾਹ ਲਿਆ ਕਿ ਚਲੋ ਇੱਕ ਵਾਰ ਤਾਂ ਕੰਮ ਵੇਲੇ ਲੱਗਿਆ। ਫਿਰ ਉਸਨੇ ਸਿਪਾਹੀਆਂ ਨੂੰ ਕਿਹਾ ਕਿ ਅਗਲੀ ਵਾਰ ਜਦੋਂ ਮਾਤਾ ਇੱਥੇ ਆਵੇ ਉਸਨੂੰ ਰੋਕ ਲਿਓ, ਪਹਿਲਾਂ ਜਿਹੜਾ ਕੁਛ ਕਰਦੀ ਹੋਈ ਕਰ ਲੈਣ ਦਿਓ, ਤੇ ਜਦੋਂ ਉਸਨੇ ਆਪਣੀ ਕਾਰਵਾਈ ਕਰ ਲਈ ਉਸ ਤੋਂ ਬਾਅਦ ਆ ਕੇ ਮੈਨੂੰ ਬੁਲਾ ਕੇ ਲੈ ਕੇ ਜਾਇਓ। ਮੈਂ ਉਸ ਦੇ ਨਾਲ ਗੱਲਬਾਤ ਕਰਨੀ ਹੈ, ਮੈਂ ਉਸ ਤੋਂ ਢੰਗ ਪੁੱਛਣਾ ਹੈ, ਤਰੀਕਾ ਪੁੱਛਣਾ ਹੈ ਕਿ ਇਹ ਸਾਰਾ ਕੁਛ ਸੰਭਵ ਕਿਵੇਂ ਹੈ। ਸਾਰੇ ਨਗਰ ਦੇ ਲੋਕਾਂ ਨੇ ਕੁਆਂਟਲਾਂ ਦੇ ਹਿਸਾਬ ਨਾਲ ਪਤਾ ਨਹੀਂ ਕਿੰਨਾ ਕੁ ਇਹਦੇ ਵਿੱਚ ਦੁੱਧ ਪਾ ਦਿੱਤਾ ਤੇ ਇਹ ਖੱਡਾ ਟਸ ਤੋਂ ਮਸ ਨਹੀਂ ਹੋਇਆ, ਭਰਿਆ ਨਹੀਂ। ਤੇ ਉਸ ਮਾਤਾ ਦੇ ਅੱਧੇ ਪਚੱਦੇ ਇੱਕ ਗੜਵੇ ਕਰਕੇ ਇਹ ਭਰ ਗਿਆ। ਇਸ ਨੂੰ ਸੰਤੁਸ਼ਟੀ ਮਿਲ ਗਈ। ਇਸ ਕਰਕੇ ਮੈਂ ਇਸ ਦੇ ਪਿੱਛੇ ਜੋ ਵੀ ਰਾਜ ਛਿਪਿਆ ਹੈ ਉਹ ਜਾਣਨਾ ਚਾਹਣਾ। ਅਗਲੇ ਐਤਵਾਰ ਫਿਰ ਲੋਕਾਂ ਨੇ ਉੱਥੇ ਆਉਣਾ ਸ਼ੁਰੂ ਕਰ ਦਿੱਤਾ, ਦੁੱਧ ਪਾਉਣਾ ਸ਼ੁਰੂ ਕਰ ਦਿੱਤਾ। ਘਰੇ ਕਿਸੇ ਨੇ ਨਾ ਰੱਖਿਆ। ਲੋਕਾਂ ਦੇ ਬੱਚੇ ਵਿਲਕਦੇ ਰਹੇ। ਬਜ਼ੁਰਗਾਂ ਨੇ ਜਿਨ੍ਹਾਂ ਨੇ ਦਵਾਈ ਦੁੱਧ ਦੇ ਨਾਲ ਖਾਣੀ ਸੀ ਉਹ ਵੀ ਰੋਂਦੇ ਪਿੱਟਦੇ ਰਹੇ, ਪਰ ਹਰ ਇੱਕ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਗਿਆ ਕਿ ਰਾਜੇ ਬਾਰੇ ਪਤਾ ਹੈ, ਇੱਕ ਦਿਨ ਤਾਂ ਔਖਾ ਸੌਖਾ ਤੁਸੀਂ ਦੁੱਧ ਬਿਨਾਂ ਗੁਜ਼ਾਰ ਲਵੋਗੇ, ਪਰ ਜੇ ਤੁਹਾਡੀ ਗਰਦਨ ਹੀ ਲੁਹਾ ਦਿੱਤੀ ਫਿਰ ਗੁਜ਼ਾਰਾ ਕਿਵੇਂ ਹੋਏਗਾ। ਇਸ ਕਰਕੇ ਸਾਰੇ ਚੁੱਪ ਹੋ ਜਾਂਦੇ, ਉੱਥੇ ਬੈਠ ਜਾਂਦੇ, ਆਪਣਾ ਗੁੱਸਾ ਪੀ ਲੈਂਦੇ ਤੇ ਇੱਕ ਇੱਕ ਕਰਕੇ ਦੁੱਧ ਫਿਰ ਉੱਥੇ ਆਉਣ ਲੱਗਾ। ਦੁਪਹਿਰ ਤੱਕ ਤਕਰੀਬਨ ਸਾਰੇ ਨਗਰ ਦਾ ਦੁੱਧ ਉੱਥੇ ਆ ਚੁੱਕਿਆ ਸੀ, ਪਰ ਖੱਡਾ ਅਜੇ ਟਸ ਤੋਂ ਮਸ ਨਹੀਂ ਸੀ ਹੋਇਆ, ਅੱਧਾ ਅਧੂਰਾ ਵੀ ਨਹੀਂ ਸੀ ਹੋਇਆ। ਫਿਰ ਸ਼ਾਮ ਦਾ ਵੇਲਾ ਹੋਣ ਲੱਗਿਆ ਤੇ ਉਹ ਬਜ਼ੁਰਗ ਮਾਤਾ, ਉਹੀ ਗੜਵਾ ਤੇ ਉਹਨਾਂ ਕੁ ਦੁੱਧ। ਫਿਰ ਆ ਕੇ ਉਸਨੇ ਉੱਥੇ ਅਰਦਾਸ ਬੇਨਤੀ ਕੀਤੀ, ਪ੍ਰਮਾਤਮਾ ਦੇ ਅੱਗੇ ਹੱਥ ਪੱਲਾ ਜੋੜਿਆ ਤੇ ਫਿਰ ਜਦੋਂ ਆਪਣੇ ਗੜਵੇ ਵਾਲਾ ਦੁੱਧ ਉਸ ਖੱਡੇ ਦੇ ਵਿੱਚ ਪਾ ਦਿੱਤਾ, ਉਹ ਲੱਦ ਦਿੱਤਾ, ਵੇਂਦਿਆਂ ਵੇਂਦਿਆਂ ਉਹ ਭਰ ਗਿਆ। ਉਦੋਂ ਤੱਕ ਇੱਕ ਸਿਪਾਹੀ ਭੱਜ ਕੇ ਜਾ ਚੁੱਕਿਆ ਸੀ। ਉਹ ਜਾ ਕੇ ਰਾਜੇ ਨੂੰ ਸੂਚਿਤ ਕਰ ਰਿਹਾ ਸੀ ਕਿ ਉਹ ਬਜ਼ੁਰਗ ਮਾਤਾ ਫਿਰ ਆਈ ਹੋਈ ਹੈ। ਉਹ ਮੁੜ ਰਹੀ ਸੀ ਤਾਂ ਦੂਸਰੇ ਸਿਪਾਹੀ ਨੇ ਉੱਥੇ ਉਹਨਾਂ ਨੂੰ ਰੋਕ ਲਿਆ ਕਿ ਰੁਕੋ, ਰਾਜਾ ਸਾਹਿਬ ਨੇ ਤੁਹਾਡੇ ਨਾਲ ਗੱਲ ਕਰਨੀ ਹੈ। ਪਲਾਂ ਦੇ ਵਿੱਚ ਰਾਜਾ ਉੱਥੇ ਪਹੁੰਚਿਆ ਤੇ ਆ ਕੇ ਕਹਿਣ ਲੱਗਿਆ ਕਿ ਮਾਤਾ, ਮੈਂ ਹੈਰਾਨ ਹਾਂ, ਮੈਂ ਤੇਰਾ ਧੰਨਵਾਦ ਵੀ ਕਰਦਾ ਕਿ ਤੂੰ ਮੇਰੀ ਮਦਦ ਕਰ ਰਹੀ ਹੈ, ਪਰ ਮੈਂ ਹੈਰਾਨ ਹਾਂ ਕਿ ਇਹ ਸਾਰਾ ਕੁਝ ਸੰਭਵ ਕਿਵੇਂ ਹੈ। ਮਾਤਾ ਨੂੰ ਕੋਈ ਖੌਫ ਨਹੀਂ ਸੀ ਰਾਜੇ ਦਾ, ਕੋਈ ਡਰ ਨਹੀਂ ਸੀ, ਕੋਈ ਭੈ ਨਹੀਂ ਸੀ। ਮਾਤਾ ਨੇ ਉਸ ਨੂੰ ਦੱਸਣਾ ਸ਼ੁਰੂ ਕੀਤਾ ਕਿ ਤੂੰ ਲੋਕਾਂ ਦੇ ਨਾਲ ਧਰੋਹ ਕਰ ਰਿਹਾ ਹੈ। ਮਾਤਾ ਨੇ ਉਸ ਨੂੰ ਰੱਜ ਕੇ ਲਾਹਨਤਾਂ ਪਾਈਆਂ ਕਿ ਦੇਖ, ਤੈਨੂੰ ਕੀ ਲੱਗਦਾ ਹੈ ਕਿ ਤੂੰ ਇਸ ਤਰ੍ਹਾਂ ਪ੍ਰਮਾਤਮਾ ਖੁਸ਼ ਕਰ ਲਵੇਂਗਾ। ਲੋਕਾਂ ਦੇ ਘਰਾਂ ਵਿੱਚ ਛੋਟੇ ਛੋਟੇ ਬੱਚੇ ਵਿਲਕ ਰਹੇ ਨੇ। ਕੁਝ ਬੱਚੇ ਐਸੇ ਨੇ ਜਿਹੜੇ ਸਿਰਫ ਦੁੱਧ ਤੇ ਜਿਉਂਦੇ ਨੇ ਤੇ ਉਹਨਾਂ ਦੇ ਮੂੰਹ ਚੋਂ ਨਵਾਲਾ ਹੋ ਕੇ, ਬੁਰਕੀ ਹੋ ਕੇ ਤੂੰ ਪ੍ਰਮਾਤਮਾ ਨੂੰ ਦੇ ਰਿਹਾ ਤੇ ਤੈਨੂੰ ਲੱਗਦਾ ਪ੍ਰਮਾਤਮਾ ਤੇਰੇ ਤੇ ਖੁਸ਼ ਹੋ ਜਾਵੇਗਾ। ਕਈ ਬਜ਼ੁਰਗ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ, ਵੈਦਾਂ ਨੇ, ਹਕੀਮਾਂ ਨੇ ਇਹ ਦੱਸਿਆ ਹੋਇਆ ਕਿ ਦੁੱਧ ਦੇ ਨਾਲ ਦਵਾਈ ਲੈਣੀ ਹੈ ਤੇ ਉਹ ਇੱਕ ਦਿਨ ਪਤਾ ਨਹੀਂ ਕਿਵੇਂ ਕੱਢਦੇ ਨੇ ਤੇ ਪਤਾ ਨਹੀਂ ਅਗਲੇ ਐਤਵਾਰ ਤੱਕ ਉਹਨਾਂ ਨੇ ਜਿਉਂਦੇ ਵੀ ਰਹਿਣਾ ਕਿ ਨਹੀਂ। ਤੇ ਤੈਨੂੰ ਇਹ ਲੱਗਦਾ ਕਿ ਤੂੰ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰ ਲਵੇਂਗਾ। ਉਸ ਨੂੰ ਬਹੁਤ ਬੁਰਾ ਮਹਿਸੂਸ ਹੋਇਆ, ਮਾੜਾ ਮਹਿਸੂਸ ਹੋਇਆ। ਉਹ ਕਹਿੰਦੀ ਕਿ ਮੈਂ ਆਪਣੇ ਘਰ ਦੇ ਛੋਟੇ ਬੱਚਿਆਂ ਨੂੰ ਪਹਿਲਾਂ ਦੁੱਧ ਦਿੰਦੀ ਹਾਂ, ਫਿਰ ਘਰ ਦੇ ਬਜ਼ੁਰਗਾਂ ਲਈ ਵਾਪਸ ਕੱਢ ਕੇ ਰੱਖਦੀ ਹਾਂ। ਇਸ ਤਰ੍ਹਾਂ ਸਾਰਿਆਂ ਦੀਆਂ ਜਿੰਨੀਆਂ ਲੋੜਾਂ ਨੇ ਉਹ ਪੂਰੀਆਂ ਕਰਕੇ ਜਿਹੜਾ ਵੱਧਦਾ ਹੈ ਬਚਿਆ ਕੁਚਿਆ ਦੁੱਧ ਮੈਂ ਇੱਥੇ ਲੈ ਕੇ ਆਉਣੀ ਆ ਤੇ ਆ ਕੇ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੀ ਹਾਂ ਕਿ ਹੁਣ ਸਾਡੀਆਂ ਲੋੜਾਂ ਪੂਰੀਆਂ ਨੇ ਪ੍ਰਮਾਤਮਾ, ਤੇ ਇਸ ਰਾਜੇ ਨੂੰ ਅਕਲ ਸਿਖਾਉਣ ਦਾ ਕੋਈ ਨਾ ਕੋਈ ਰਾਹ ਲੱਭ। ਪ੍ਰਮਾਤਮਾ, ਨਗਰ ਵਾਸੀਆਂ ਦੇ ਕੀਤੇ ਹੋਏ ਉਪਕਾਰ ਦੀ ਪ੍ਰਮਾਤਮਾ ਤੂੰ ਲਾਜ ਰੱਖ ਲੈ। ਇੱਕ ਗੱਲ ਸਾਨੂੰ ਇਸ ਮਾਤਾ ਤੋਂ ਸਿੱਖ ਲੈਣੀ ਚਾਹੀਦੀ ਹੈ, ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ 2-4 ਲੋਕਾਂ ਨੂੰ ਦੁਖੀ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰ ਲਵਾਂਗੇ ਤਾਂ ਸਾਨੂੰ ਗਲਤ ਲੱਗਦਾ ਹੈ। ਇਸ ਦੁਨੀਆ ਤੇ ਐਸੇ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕੋਈ ਨਹੀਂ, ਮੈਂ ਠੱਗੀਆਂ ਮਾਰ ਲਵਾਂਗਾ, ਮੈਂ ਛਲ ਕਪਟ ਕਰ ਲਵਾਂਗਾ, ਪਰ ਇਹਦੇ ਵਿੱਚੋਂ ਇੱਕ ਹਿੱਸਾ ਮੈਂ ਦਾਨ ਕਰ ਦੇਵਾਂਗਾ ਤੇ ਪ੍ਰਮਾਤਮਾ ਖੁਸ਼ ਹੋ ਜਾਵੇਗਾ। ਨਹੀਂ, ਐਸੀ ਦੁਨੀਆ ਹੈ ਜਿਨ੍ਹਾਂ ਦਾ ਸਾਰਾ ਦਿਨ ਗੁਜ਼ਾਰਾ ਹੀ ਠੱਗੀਆਂ ਠੋਰੀਆਂ ਤੇ ਹੈ। ਕਿਸੇ ਨੂੰ ਕੁਛ ਤੇ ਸ਼ਾਮ ਨੂੰ ਜਾ ਕੇ ਉਹ ਧਾਰਮਿਕ ਸਥਾਨਾਂ ਤੇ ਨਤਮਸਤਕ ਹੁੰਦੇ ਨੇ। ਇੱਕ ਗੱਲ ਚੇਤੇ ਰੱਖਿਓ, ਜੇ ਸਾਰਾ ਦਿਨ ਪਾਪ ਕੀਤੇ ਨੇ ਤੇ ਸ਼ਾਮ ਨੂੰ ਜੇ ਸੱਚੇ ਸੁੱਚੇ ਬਣਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਪ੍ਰਮਾਤਮਾ ਨੂੰ ਧੋਖਾ ਨਹੀਂ ਦੇ ਸਕਦੇ। ਪ੍ਰਮਾਤਮਾ ਨੇ ਚੱਤੋ ਪੈਰ ਸਾਨੂੰ ਦੇਖਿਆ ਹੋਇਆ। ਉਸ ਵੇਲੇ ਪ੍ਰਮਾਤਮਾ ਸਾਨੂੰ ਇਹ ਕਹਿ ਰਿਹਾ ਹੋਵੇਗਾ ਕਿ ਮੈਨੂੰ ਵੀ ਤੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਹੋਰ ਕੁਝ ਵੀ ਨਹੀਂ।